ਪਵਿੱਤਰ ਕਲਿਆਣਕਾਰੀ। ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ, ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਸੁਸ਼ੋਭਿਤ ਹਨ ਤੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਦੂਰ ਦੁਰਾਡਿਆਂ ਤੋਂ ਬੇਅੰਤ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਤੇ ਗੁਰਾਂ ਦੇ ਦਰਸ਼ਨ ਦੀਦਾਰ ਪ੍ਰਾਪਤ ਕਰ ਆਨੰਦਿਤ ਹੁੰਦੀਆਂ। ਸਤਿਗੁਰਾਂ ਨੇ ਸੰਗਤ ਦੇ ਤਾਈਂ ਇਸ ਤਰ੍ਹਾਂ ਬਚਨ ਫਰਮਾਏ ਹੈ ਕਿ ਜਿਹੜਾ ਗੁਰੂ ਨੂੰ ਘੋੜਾ ਤੇ ਸ਼ਸਤਰ ਲਿਆ ਕੇ ਹਾਜ਼ਰ ਕਰੇਗਾ ਉਹਦੇ ਤੇ ਸਤਿਗੁਰਾਂ ਦੀਆਂ ਅਦਕ ਖੁਸ਼ੀਆਂ ਹੋਣਗੀਆਂ। ਪਤਾ ਲੱਗਣ ਤੋਂ ਸਿੱਖ ਸੰਗਤਾਂ ਬੜੇ ਚਾਅ ਨਾਲ ਤੇ ਬੜੇ ਹੀ ਉਤਸ਼ਾਹ ਨਾਲ ਸੋਹਣੇ ਸੋਹਣੇ ਘੋੜੇ ਖਰੀਦ ਕੇ ਤੇ ਬੇਸ਼ਕੀਮਤੀ ਸ਼ਸਤਰ ਖਰੀਦ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਹਾਜ਼ਰ ਕਰ ਖੁਸ਼ੀਆਂ ਪ੍ਰਾਪਤ ਕਰਦੇ ਆ। ਇਸੇ ਤਰ੍ਹਾਂ ਲਾਹੌਰ ਤੋਂ ਸੰਗਤਾਂ ਦਾ ਵੱਡਾ ਜਥਾ ਗੁਰੂ ਦਰਸ਼ਨਾਂ ਨੂੰ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਪਹੁੰਚਿਆ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਪ੍ਰਾਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ, ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣੇ ਗੁਰੂ ਜਬ ਆਨ ਬਿਰਾਜੇ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾ ਕੇ ਬੈਠਦੇ ਹੈ। ਜਦੋਂ ਸਤਿਗੁਰਾਂ ਦਾ ਇਸ ਤਰ੍ਹਾਂ ਆ ਕੇ ਵਿਰਾਜਣਾ ਸੁਣਿਆ, ਬੈਠੇ ਦਰਸ ਦੇਣ ਕੇ ਕਾਜੇ। ਸਤਿਗੁਰੂ ਜੀ ਦਰਸ਼ਨ ਦੇਣ ਵਾਸਤੇ ਗੁਰਤਾ ਦੇ ਸਿੰਘਾਸਨ ਤੇ ਆ ਕੇ ਸਜ ਚੁੱਕੇ ਹੋਏ ਹੈ। ਲੈ ਭੇਟਨ ਪਹੁੰਚੇ ਜਾਈ। ਗੁਰਸਿੱਖ ਸੰਗਤਾਂ ਜਥਾ ਸ਼ਕਤ ਭੇਟਾਵਾਂ ਜੋ ਲਿਆਈਆਂ ਸਨ, ਉਹ ਭੇਟਾਵਾਂ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੀਆਂ। ਧਰ ਧਰ ਆਗੇ ਗਰੀਬ ਨਿਵਾਈ। ਸਤਿਗੁਰਾਂ ਦੇ ਚਰਨਾਂ ਦੇ ਅੱਗੋਂ ਭੇਟਾਵਾਂ ਰੱਖ ਰੱਖ ਕੇ ਸਿਰ ਨਿਵਾ ਨਮਸਕਾਰਾਂ ਕਰਦੇ ਐ। ਗੋਤ ਸੋ ਭਿਖੀ ਛਤਰੀ ਏਕ। ਲਾਹੌਰੋਂ ਆਈ ਸੰਗਤ ਵਿੱਚ ਇੱਕ ਭਿਖੀ ਗੋਤ ਦਾ ਕਸ਼ਤਰੀय ਸਿੱਖ ਸੀ। ਸੋ ਦਰਸ਼ਨ ਕਰ ਜਲਦ ਵਿਵੇਕ। ਉਸਨੇ ਵਿਵੇਕ ਦੇ ਜਲਦ ਗਿਆਨ ਦੇ ਸਮੁੰਦਰ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਜਿਸ ਵੇਲੇ ਕਹਿਤ ਸੁਤਾ ਕੋ ਅਰਪਣ ਕਰਿਓ। ਤਾਂ ਮਨ ਵਿੱਚ ਚਾਹੁੰਦਾ ਹੈ ਕਿ ਮੈਂ ਆਪਣੀ ਪੁੱਤਰੀ ਸਤਿਗੁਰਾਂ ਨੂੰ ਅਰਪਣ ਕਰ ਦਿਆਂ, ਭੇਟਾ ਕਰ ਦਿਆਂ।
ਹਿਤ ਕਲਿਆਣ ਮਨੋਰਥ ਧਰਿਓ। ਆਪਣੀ ਕਲਿਆਣ ਦਾ ਇਹ ਮਨੋਰਥ ਸੰਕਲਪ ਮਨ ਵਿੱਚ ਧਾਰਨ ਕੀਤਾ। ਏਮ ਮਨ ਚਿਤਵਤ ਮਾਤਾ ਪਾਸ। ਇਸ ਤਰ੍ਹਾਂ ਮਨ ਵਿੱਚ ਸੋਚਦਿਆਂ ਮਾਤਾਵਾਂ ਦੇ ਕੋਲ ਗਿਆ ਗੁਰਸਿੱਖ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੇ ਕੋਲ। ਪਹੁੰਚਿਓ ਜਾਏ ਪੁਰਨ ਨਿਜ ਆਸ। ਆਪਣੀ ਆਸ ਨੂੰ ਪੂਰਨ ਵਾਸਤੇ ਮਾਤਾ ਜੀ ਦੇ ਕੋਲ ਗਿਆ। ਕਰ ਬੰਧਨ ਅਰਦਾਸ ਉਚਾਰੀ। ਮਾਤਾਵਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਅਰਦਾਸ ਕਰਦਾ, ਬੇਨਤੀ ਕਰਦਾ ਹੈ। ਤਨਜਾ ਮੋਹਿ ਨਕੇਤ ਮਝਾਰੀ। हे ਮਾਤਾ ਸ਼੍ਰੀ ਜੀ, ਕਸ਼ਤਰੀय ਮੇਰਾ ਵਰਨ ਹੈ ਤੇ ਭਿੱਖੀ ਮੇਰੀ ਗੋਤ ਹੈ। ਲਾਹੌਰ ਦਾ ਮੈਂ ਰਹਿਣ ਵਾਲਾ ਵਾਸੀ ਹਾਂ ਤੇ ਮੇਰੇ ਘਰ ਦੇ ਵਿੱਚ ਸੁਕੁਮਾਰ ਕੰਨਿਆ ਹੈ। ਚਾਹਤ ਕਰਿਓ ਗੁਰੂ ਕੀ ਦਾਸੀ। ਤੇ ਮੈਂ ਆਪਣੀ ਕੰਨਿਆ, ਆਪਣੀ ਪੁੱਤਰੀ ਨੂੰ ਸਤਿਗੁਰਾਂ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ। ਗੁਰੂ ਚਰਨਾਂ ਵਿੱਚ ਭੇਟਾ ਕਰਨਾ ਚਾਹੁੰਦਾ ਹਾਂ। ਦੀਨ ਜਾਨ ਜਿਨ ਠਾਨਹੁ ਹਾਸੀ। ਤੇ ਗਰੀਬ ਜਾਣ ਕੇ ਮਾਤਾ ਮੇਰੀ ਹਾਸੀ ਨਾ ਕਰਿਓ। ਗਰੀਬ ਜਾਣ ਕੇ ਮੇਰਾ ਮਖੌਲ ਨਾ ਉਡਾਇਓ। ਗੁਰ ਕੋ ਘਰ ਨਿਤਾਨ ਕੋ ਤਾਨਾ। ਸਤਿਗੁਰਾਂ ਦਾ ਘਰ ਤਾਂ ਨਿਤਾਣਿਆਂ ਦਾ ਤਾਣ ਹੈ। ਸਤਿਗੁਰੂ ਨਿਤਾਣਿਆਂ ਨੂੰ ਵੀ ਤਾਣ ਬਲ ਦੇਣ ਵਾਲੇ ਹੈ। ਓਟ ਨਿਓਟਨ ਮਾਨ ਨਿਮਾਨਾ। ਨਿਓਟਿਆਂ ਦੀ ਓਟ ਹੈ ਗੁਰੂ ਦਾ ਘਰ ਤੇ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਇਹ ਮਨ ਮਹਿ ਹਠ ਧਾਰ ਬਖਾਨਾ। ਮੈਂ ਮਨ ਵਿੱਚ ਇਸ ਤਰ੍ਹਾਂ ਵਿਚਾਰਦਿਆਂ ਹਠ ਧਾਰਨ ਕਰਕੇ ਇਹ ਬਚਨ ਕਹਿ ਰਿਹਾ ਹਾਂ। ਅਰਥਾਤ ਮੇਰੀ ਕਹਿਣ ਦੀ ਤਾਕਤ ਨਹੀਂ ਹੈ, ਪਰ ਫਿਰ ਵੀ ਮੈਂ ਹਠ ਕਰਕੇ ਤੇ ਬੜੀ ਲੱਜਾ ਸੰਯੁਕਤ ਇਹ ਬੇਨਤੀ ਕਰ ਰਿਹਾ ਹਾਂ ਕਿ ਮੇਰੀ ਪੁੱਤਰੀ ਨੂੰ ਸਤਿਗੁਰਾਂ ਦੀ ਦਾਸੀ ਸਵੀਕਾਰ ਕਰੋ। ਕਿਤ ਲਾਗ ਹਮ ਕਿਤ ਗੁਰੂ ਮਹਾਨਾ। ਕਿਉਂਕਿ ਕਿੱਥੇ ਅਸੀਂ ਲੱਗ ਛੋਟੇ ਤੇ ਤੁੱਛ ਹਾਂ, ਕਿੱਥੇ ਵੱਡਿਆਂ ਤੋਂ ਵੱਡੇ ਸਤਿਗੁਰੂ ਪਾਤਸ਼ਾਹ ਹਨ। ਸੁਨ ਦੁਐ ਮਾਤਨ ਤਿਹ ਸਨਮਾਨਾ। ਦੋਨੋਂ ਹੀ ਮਾਤਾਵਾਂ ਨੇ ਜਿਸ ਵੇਲੇ ਸੁਣਿਆ ਇਹ ਕਸ਼ਤਰੀय ਭਿੱਖੀ ਗੋਤ ਦੇ ਸਿੱਖ ਦੇ ਬਚਨ ਤੇ ਮਾਤਾਵਾਂ ਨੇ ਸਨਮਾਨ ਦਿੱਤਾ ਹੈ, ਮਾਤਾਵਾਂ ਨੇ ਆਦਰ ਦਿੱਤਾ ਹੈ। ਕਰਨ ਸੰਬੰਧ ਨੀਕ ਹੀ ਮਾਨਾ। ਤੇ ਪੁੱਤਰ ਧੰਨ ਕਲਗੀਧਰ ਪਾਤਸ਼ਾਹ ਜੀ ਦਾ ਇਹ ਗੁਰਸਿੱਖ ਦੀ ਪੁੱਤਰੀ ਦੇ ਨਾਲ ਸੰਬੰਧ ਕਰਨਾ ਨੀਕ ਕਹੀਏ, ਚੰਗਾ ਮੰਨਿਆ, ਸ੍ਰੇਸ਼ਟ ਜਾਣਿਆ। ਏਮ ਠਹਿਰਾਏ ਸਿਵਰ ਨਿਜ ਆਇਓ। ਇਸ ਤਰ੍ਹਾਂ ਮਾਤਾਵਾਂ ਦੇ ਨਾਲ ਬਚਨ ਕਰਕੇ ਆਪਣੀ ਪੁੱਤਰੀ ਗੁਰੂ ਚਰਨਾਂ ਵਿੱਚ ਅਰਪਣ ਕਰਨੀ ਠਹਿਰਾ ਕੇ ਤੇ ਆਪਣੇ ਪੜਾਅ ਤੇ ਆਇਆ ਸਿੱਖ। ਬਹੁਰ ਗੁਰੂ ਕੋ ਦਰਸ਼ਨ ਪਾਇਓ। ਫਿਰ ਸਤਿਗੁਰਾਂ ਦੇ ਦਰਸ਼ਨਾਂ ਨੂੰ ਗਿਆ ਕਲਗੀਧਰ ਪਾਤਸ਼ਾਹ ਜੀ ਦੇ। ਹੱਥ ਜੋੜ ਕਰ ਠਾੜ ਅਗਾਰੀ। ਦੋਨੋਂ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੋਂ ਖਲੋਤਾ। ਦਾਸੀ ਚਾਹਤ ਕਰਿਓ ਤੁਮਾਰੀ। ਤੇ ਕਹਿਣ ਲੱਗਾ ਕਿ ਹੇ ਸਤਿਗੁਰੂ ਜੀ, ਮੈਂ ਆਪਣੀ ਸੁਪੁੱਤਰੀ ਆਪ ਜੀ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ।
ਮਾਮ ਪੁੱਤਰੀ ਕੋ ਅੰਗੀਕਾਰ ਹੋ। ਕਿਰਪਾ ਕਰੋ ਤੇ ਮੇਰੀ ਪੁੱਤਰੀ ਨੂੰ ਅੰਗੀਕਾਰ ਕਰ ਲਓ, ਮੇਰੀ ਪੁੱਤਰੀ ਨੂੰ ਦਾਸੀ ਰੂਪ ਵਿੱਚ ਸਵੀਕਾਰ ਕਰ ਲਓ। ਦੀਨ ਬੰਦ ਨਿਜ ਬਿਰਦ ਸੰਭਾਰਹੁ। ਤੁਸੀਂ ਗਰੀਬਾਂ ਦੇ ਸੰਬੰਧੀ ਹੋ ਤੇ ਗਰੀਬਾਂ ਦੇ ਸੰਬੰਧੀ ਵਾਲਾ ਆਪਣਾ ਧਰਮ ਸੰਭਾਲੋ ਤੇ ਮੈਂ ਗਰੀਬ ਦੀ ਹਾਸੀ ਨਾ ਕਰਕੇ ਇਹ ਬੇਨਤੀ ਮੇਰੀ ਜਿਹੜੀ ਹੈ ਬੜੀ ਨਿਰਲੱਜਤਾ ਨਾਲ ਮੈਂ ਕਰ ਰਿਹਾ, ਮੇਰੀ ਔਕਾਤ ਨਹੀਂ ਹੈ। ਕਿੱਥੇ ਮੈਂ ਗਰੀਬ ਨਿਮਾਣਾ ਤੇ ਕਿੱਥੇ ਪਾਤਸ਼ਾਹਾਂ ਦੇ ਪਾਤਸ਼ਾਹ ਆਪ, ਪਰ ਫਿਰ ਵੀ ਮੈਂ ਨਿਰਲੱਜਤਾ ਨਾਲ ਇਹ ਬੇਨਤੀ ਕਰ ਰਿਹਾ ਹਾਂ, ਮੇਰੀ ਬੇਨਤੀ ਸਵੀਕਾਰ ਕਰ ਲਓ। ਤੁਸੀਂ ਆਪਣਾ ਧਰਮ ਵਿਚਾਰਦਿਆਂ ਹੋਇਆਂ ਕਹਿਓ ਕਿਰਪਾਲ ਸਮੋ ਅਬ ਆਸ਼ੋ। ਲਾਗੇ ਮਾਮਾ ਕਿਰਪਾਲ ਚੰਦ ਜੀ ਵੀ ਖਲੋਤੇ ਐ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਬੜਾ ਚੰਗਾ ਸਮਾਂ ਹੈ, ਸ੍ਰੇਸ਼ਟ ਸਮਾਂ ਹੈ। ਤੀਜਹ ਨੀਕੇ ਜੇਮਾ ਔਰ ਬਾਂਸ਼ੋ। ਜਿਵੇਂ ਹਿਰਦੇ ਵਿੱਚ ਬਾਂਛੋ ਚਾਹੋ ਸਤਿਗੁਰੂ ਜੀ, ਉਵੇਂ ਆਪ ਕਰ ਲਓ। ਬੜੀ ਉਚਿਤ ਗੱਲ ਹੋਵੇਗੀ ਜੇ ਆਪ ਸਿੱਖ ਦੀ ਪੁੱਤਰੀ ਦਾ ਰਿਸ਼ਤਾ ਸਵੀਕਾਰ ਕਰ ਲਓਗੇ। ਰੇ ਗੁਜਰੀ ਪੂਰਬ ਸਮਝਾਇਓ। ਮਾਤਾ ਗੁਜਰੀ ਜੀ ਨੇ ਭਰਾਤਾ ਕਿਰਪਾਲ ਚੰਦ ਜੀ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ। ਲੀਜੈ ਲਵਪੁਰ ਸਾਕ ਜੋ ਆਇਓ। ਜਿਹੜਾ ਲਾਹੌਰ ਤੋਂ ਸਾਕ ਆਇਆ ਉਹਨੂੰ ਤੁਸੀਂ ਲੈ ਲੈਣਾ, ਸਵੀਕਾਰ ਕਰ ਲੈਣਾ। ਲੱਖ ਸ਼ੁਭ ਸਮਾਂ ਸਭਾ ਕੇ ਮਾਹੇ। ਤੇ ਮਾਮਾ ਕਿਰਪਾਲ ਚੰਦ ਜੀ ਨੇ ਸਤਿਗੁਰਾਂ ਨੂੰ ਵੀ ਇਸ ਗੱਲ ਤੋਂ ਅਵਗਤ ਕਰਵਾ ਦਿੱਤਾ, ਭਾਵੇਂ ਪਾਤਸ਼ਾਹ ਜਾਣਦੇ ਹੀ ਹੈ, ਤਦਿਅਪੀ ਮਾਮਾ ਜੀ ਨੇ ਦੱਸ ਦਿੱਤਾ ਕਿ ਮਾਤਾਵਾਂ ਨਾਲ ਬਚਨ ਹੋ ਚੁੱਕਿਆ। ਸਤਿਗੁਰੂ ਜੀ ਮਾਤਾਵਾਂ ਨੂੰ ਇਹ ਰਿਸ਼ਤਾ ਸਵੀਕਾਰ ਹੈ, ਸੋ ਤੁਸੀਂ ਵੀ ਹੁਣ ਅੰਗੀਕਾਰ ਕਰ ਲਓ। ਤੇ ਸ਼ੁਭ ਸਮਾਂ ਜਾਣਦਿਆਂ ਹੋਇਆਂ ਤਦੋਂ ਸਭਾ ਦੇ ਵਿੱਚ ਹੀ, ਦੀਵਾਨ ਦੇ ਵਿੱਚ ਹੀ ਗੁਰਾਂ ਨੇ ਭਿੱਖੀ ਗੋਤ ਦੇ ਕਸ਼ਤਰੀय ਸਿੱਖ ਦੀ ਪੁੱਤਰੀ ਦਾ ਰਿਸ਼ਤਾ ਜਿਹੜਾ ਉਹ ਸਵੀਕਾਰ ਕਰ ਲਿਆ ਹੈ। ਕਾਰਕ ਦੀਨ ਗੁਰੂ ਕੇ ਪਾਹੇ। ਜਦੋਂ ਗੁਰਾਂ ਸਵੀਕਾਰ ਕੀਤਾ ਤੇ ਸਤਿਗੁਰਾਂ ਦੇ ਮੁਖ ਦੇ ਵਿੱਚ ਛੁਹਾਰਾ ਜਿਹੜਾ ਹੈ ਉਹ ਪਾ ਕੇ ਇਸ ਤਰ੍ਹਾਂ ਛੁਹਾਰਾ ਲਾ ਦਿੱਤਾ ਹੈ, ਸਾਕ ਕਰ ਦਿੱਤਾ ਹੈ, ਪੱਕ ਠੱਕ ਹੋ ਗਈ ਹੈ। ਅੰਗੀਕਾਰ ਜਬਹੁ ਕਰ ਲਿਓ। ਜਦੋਂ ਇਸ ਤਰ੍ਹਾਂ ਸਤਿਗੁਰਾਂ ਰਿਸ਼ਤਾ ਅੰਗੀਕਾਰ ਕਰ ਲਿਆ, ਹਿਰਦੇ ਸੋ ਭਿੱਖੀ ਬਹੁ ਹਰਖਿਓ। ਇਹ ਭਿੱਖੀ ਗੋਤ ਦਾ ਗੁਰਸਿੱਖ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ। ਖੁਸ਼ੀ ਦੀ ਸੀਮਾ ਨਹੀਂ ਹੈ, ਖੁਸ਼ੀ ਦੀ ਹੱਦ ਨਹੀਂ ਹੈ ਗੁਰਸਿੱਖ ਦੇ ਮਨ ਦੀ। ਨਿਕਟ ਮਾਤ ਕੇ ਅਦਕ ਵਧਾਈ। ਮਾਤਾ ਜੀ ਦੇ ਕੋਲ ਬੜੀਆਂ ਵਧਾਈਆਂ ਪਹੁੰਚਣ ਲੱਗੀਆਂ, ਸੰਗਤਾਂ ਜਾ ਜਾ ਵਧਾਈਆਂ ਦਿੰਦੀਆਂ। ਦੇਤ ਤ੍ਰਿਆਪੁਰ ਕੀ ਸਮੁਦਾਈ। ਨਗਰੀ ਦੀਆਂ ਸਮੂਹ ਇਸਤਰੀਆਂ ਮਾਤਾਵਾਂ ਦੇ ਕੋਲ ਪਹੁੰਚ ਕੇ ਤੇ ਵਧਾਈਆਂ ਦਿੰਦੀਆਂ ਹਨ। ਮਾਤਾ ਜੀ ਵਧਾਈ ਹੋਵੇ, ਸਤਿਗੁਰਾਂ ਦਾ ਰਿਸ਼ਤਾ ਪੱਕਾ ਹੋ ਗਿਆ ਹੈ। ਸਰਬ ਰੀਤ ਕੇ ਮੰਗਲ ਸਾਜੇ। ਸਭ ਤਰ੍ਹਾਂ ਦੇ ਮੰਗਲ ਹੋਏ ਹੈ, ਖੁਸ਼ੀਆਂ ਮਨਾਈਆਂ ਗਈਆਂ। ਲਾਗ ਧੁੰਦਬ ਕੀ ਨੌਬਤ ਬਾਜੇ। ਲਾਗ ਛੋਟੀਆਂ ਧੁੰਦਵਾਂ, ਛੋਟੀਆਂ ਨੌਬਤਾਂ, ਨਗਾਰੇ ਜਿਹੜੇ ਹੈ ਉਹ ਗੁਰਾਂ ਦੇ ਦਰਵਾਜ਼ੇ ਮੂਹਰੇ ਵੱਜਦੇ ਐ। ਜਨਨੀ ਗਾਨ ਅਨਵਾਏ ਮੋਦਕ। ਮਾਤਾ ਜੀ ਨੇ ਬਹੁਤ ਮੋਦਕ ਲੱਡੂ ਮੰਗਵਾਏ।
ਬੰਟ ਦੀਨ ਉਤਸਵ ਭਾ ਮੋਦਕ। ਸਾਰੀ ਸੰਗਤ ਵਿੱਚ ਲੱਡੂ ਵੰਡੇ, ਬੜਾ ਉਤਸ਼ਵ ਹੋਇਆ। ਸਤਿਗੁਰਾਂ ਦੇ ਰਿਸ਼ਤੇ ਹੋਣ ਦੀ ਖੁਸ਼ੀ ਸੰਗਤ ਵਿੱਚ ਮਨਾਈ ਗਈ। ਗਾਵਤ ਗੀਤ ਕੋਕਲਾ ਬੈਨੀ। ਕੋਇਲ ਵਰਗੀ ਆਵਾਜ਼ ਵਾਲੀਆਂ ਇਸਤਰੀਆਂ ਖੁਸ਼ੀ ਦੇ ਗੀਤ ਗਾਉਂਦੀਆਂ। ਮਿਲੀ ਆਨ ਗਾਨ ਪੰਕਜ ਨੈਣੀ। ਕਮਲ ਵਰਗੇ ਨੇਤਰਾਂ ਵਾਲੀਆਂ ਮਿਲ ਕੇ ਇਕੱਤਰਤ ਹੋ ਕੇ ਆਈਆਂ। ਬਸਨ ਬੇਭੂਖਨ ਭੂਖਤ ਅੰਗ। ਜਿਨ੍ਹਾਂ ਦੇ ਅੰਗਾਂ ਤੇ ਸੋਹਣੀ ਬਸਤ ਤੇ ਸੋਹਣੇ ਗਹਿਣੇ ਸ਼ਿਸ਼ੋਭਤ ਹੋ ਰਹੇ ਐ। ਜ਼ਰੀ ਚੂਨਰੀ ਪਹਿਰ ਸੁਰੰਗ। ਜਰੀਦਾਰ ਧਾਗੇ ਨਾਲ ਕੱਢੀਆਂ ਲਾਲ ਚੁਨਰੀਆਂ ਸ੍ਰੇਸ਼ਟ ਰੰਗ ਦੀਆਂ, ਜੋ ਪਹਿਨੀਆਂ ਭਾਵ ਸਿਰ ਤੇ ਲਾਈਆਂ ਹੋਈਆਂ। ਮੰਗਤ ਗਾਨ ਜਨ ਦੇਖਨ ਕਰੇ। ਮੰਗਣ ਵਾਲੇ ਵੀ ਬਹੁਤ ਆ ਗਏ, ਮੰਗਤੇ ਜਾਚਕ ਵੀ ਬਹੁਤ ਆਏ। ਮਾਤ ਆਨੰਦ ਬਿਲੰਦਹਿ ਧਰੇ। ਮਾਤਾ ਜੀ ਵੀ ਬਹੁਤ ਆਨੰਦਿਤ ਹਨ, ਖੁਸ਼ ਹਨ। ਸਾਦਰ ਧਨ ਸਭਹਿਨ ਕੋ ਦੇਤ। ਬੜੇ ਆਦਰ ਦੇ ਨਾਲ ਮੰਗਣ ਵਾਲੇ ਜਾਚਕਾਂ ਸਾਰਿਆਂ ਨੂੰ ਮਾਤਾ ਜੀ ਧਨ ਦਿੰਦੇ ਐ। ਭੀਰ ਭੂਰ ਭਰ ਰਹੀ ਨਿਕੇਤ। ਘਰ ਦੇ ਵਿੱਚ ਬਹੁਤ ਵੱਡੀ ਭੀੜਾ ਲੱਗੀ ਹੋਈ ਹੈ। ਇਸਤਰੀਆਂ ਗਾਉਣ ਵਾਲੀਆਂ ਆਈਆਂ ਹੋਈਆਂ ਹਨ, ਆਂਡਣਾ ਗਵੰਡਣਾ ਇਕੱਠੀਆਂ ਹੋਈਆਂ ਹਨ। ਜਾਚਕ ਮੰਗਣ ਵਾਲੇ ਦਰਵਾਜ਼ੇ ਮੂਹਰੇ ਆ ਕੇ ਖਲੋਤੇ। ਦਾਸ ਦਾਸੀਆਂ ਗਣ ਘਰ ਵਿੱਚ ਕੋਈ ਪਾਣੀ ਪਿਆ ਰਿਹਾ, ਕੋਈ ਹੋਰ ਜਲ ਪਾਣੀ ਤਿਆਰ ਕਰ ਰਿਹਾ, ਕੋਈ ਛਕਾ ਰਿਹਾ। ਵੱਡੀ ਭੀੜਾ ਬਣੀ ਹੋਈ ਹੈ। ਢੋਲਕ ਆਨ ਬਜਾਵਤ ਕੋਈ। ਕੋਈ ਢੋਲ ਵਜਾ ਰਿਹਾ ਹੈ ਆ ਕੇ। ਪੋਤਰੀ ਗਾਵਤ ਆਨੰਦ ਹੋਈ। ਕੋਈ ਆਨੰਦ ਵਿੱਚ ਭਿੱਜੀਆਂ ਇਸਤਰੀਆਂ ਗਾ ਰਹੀਆਂ ਖੁਸ਼ੀ ਦੇ ਗੀਤ। ਇਸ ਤੇ ਆਦ ਕੀਨ ਉਤਸਾਹੂ। ਇਤੇ ਆਦ ਬੜਾ ਉਤਸ਼ਾਹ ਹੋਇਆ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਗਇਓ ਸੋ ਖਤਰੀ ਲਵਪੁਰ ਮਾਹੂ। ਜਿਹੜਾ ਖੱਤਰੀ ਸੀ, ਇਸ ਤਰ੍ਹਾਂ ਆਪਣੀ ਪੁੱਤਰੀ ਦਾ ਰਿਸ਼ਤਾ ਗੁਰਾਂ ਨਾਲ ਪੱਕਾ ਕਰਕੇ ਤੇ ਵਾਪਸ ਲਾਹੌਰ ਨੂੰ ਗਿਆ। ਭਰਾਤ ਸ਼ਰੀਕਨ ਮਹਿ ਸੁਧ ਦੀਨ। ਜਾ ਕੇ ਆਪਣੇ ਪਰਿਵਾਰ ਨੂੰ ਦੱਸਿਆ, ਆਪਣੇ ਭਰਾਵਾਂ ਨੂੰ ਦੱਸਿਆ, ਆਪਣੇ ਸ਼ਰੀਕੇ ਵਿੱਚ ਵੀ ਦੱਸਿਆ ਕਿ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਧੰਨ ਕਲਗੀਧਰ ਪਾਤਸ਼ਾਹ ਜੀ ਨਾਲ ਪੁੱਤਰੀ ਦਾ ਰਿਸ਼ਤਾ ਮੈਂ ਪੱਕਾ ਕਰ ਆਇਆ ਹਾਂ। ਸਭਨ ਸੁਨਾਵਤ ਮੰਗਲ ਕੀਨ। ਸਾਰਿਆਂ ਨੇ ਹੀ ਇਸ ਤਰ੍ਹਾਂ ਜਦੋਂ ਸੁਣਿਆ ਹੈ, ਤਥਾ ਸਾਰਿਆਂ ਨੂੰ ਜਿਸ ਵੇਲੇ ਸੁਣਾਇਆ ਹੈ, ਤਾਂ ਬੜੇ ਮੰਗਲ ਹੋਏ, ਖੁਸ਼ੀਆਂ ਹੋਈਆਂ ਪਰਿਵਾਰ ਵਿੱਚ। ਬਾਹੁਰ ਸਲਾਹ ਵਿਆਹ ਕੀ ਠਾਨੀ। ਫਿਰ ਵਿਆਹ ਦੀ ਸਲਾਹ ਕੀਤੀ ਪਰਿਵਾਰ ਨਾਲ। ਮੇਲ ਨਰ ਨਾਰਿਨ ਤਬਹਿ ਬਖਾਨੀ। ਮਨੁੱਖ ਇਸਤਰੀਆਂ ਨੇ ਮਿਲ ਕੇ ਤੇ ਤਦੋਂ ਕਿਹਾ, ਅਰਜ਼ ਕਰਹੁ ਗੁਰ ਅਗਰ ਸਿਧਾਰਹੁ। ਇਹ ਭਾਈ ਸਤਿਗੁਰਾਂ ਦੇ ਕੋਲ ਜਾ ਕੇ ਤੇ ਬੇਨਤੀ ਕਰੋ ਗੁਰਾਂ ਨੂੰ। ਆਪ ਆਏ ਲਵਪੁਰੀ ਮਝਾਰਹੁ। ਕਿ ਸਤਿਗੁਰੂ ਜੀ ਕਿਰਪਾ ਕਰਕੇ ਜੰਝ ਲੈ ਕੇ ਤੇ ਲਾਹੌਰ ਨਗਰੀ ਆਉਣਾ ਕਰੋ। ਆਪਣੀ ਸੰਗਤ ਕਰਹੁ ਨਿਹਾਲ। ਤੇ ਆਪਣੀ ਸੰਗਤ ਨੂੰ, ਲਾਹੌਰ ਨਗਰ ਵਾਸੀ ਸੰਗਤ ਨੂੰ ਨਿਹਾਲ ਕਰੋ, ਕਿਰਤਾਰਥ ਕਰੋ। ਫੇਰੇ ਫਿਰਹੁ ਸੋ ਮਿਲ ਨਰ ਜਾਲ। ਇਹ ਜਾਲ ਬਹੁਤ ਮਨੁੱਖ ਸਿੱਖ ਸੰਗਤਾਂ ਨਾਲ ਆ ਕੇ ਮਿਲੋ
ਤੇ ਇੱਥੇ ਆਪ ਜਿਹੜੇ ਫੇਰੇ ਆ ਉਹ ਫਿਰ ਨਾ ਕਰੋ। ਗੁਰ ਮਰਜ਼ਾਦਾ ਅਨੁਸਾਰ ਜਿਹੜੀਆਂ ਲਾਵਾਂ ਹਨ ਉਹ ਲੈਣਾ ਕਰੋ। ਏਮ ਵਿਚਾਰ ਸੁਧਵਾਇਓ ਸਾਹਾ। ਇਸ ਤਰ੍ਹਾਂ ਪਰਿਵਾਰ ਵਿੱਚ ਵਿਚਾਰ ਕਰਕੇ ਤੇ ਸਾਹਾ ਸੁਧਿਆ ਗਿਆ। ਸਾਹਾ ਸੁਧਨ ਤੋਂ ਭਾਵ ਕੋਈ ਪੰਡਤਾਂ ਬ੍ਰਾਹਮਣਾਂ ਨੂੰ ਨਹੀਂ ਪੁੱਛਿਆ, ਕਿਉਂਕਿ ਗੁਰਮਤਿ ਦਾ ਕਥਨ ਹੈ, ਸਾਹਾ ਗਣਹਿ ਨ ਕਰਹਿ ਵਿਚਾਰ, ਸਾਹੇ ਉਪਰ ਏਕ ਓੰਕਾਰ। ਪਰ ਦਿਨ ਤਾਂ ਨਿਯੁਕਤ ਕੀਤਾ ਹੀ ਜਾਂਦਾ ਨਾ ਵਿਚਾਰ ਕੇ ਕਿ ਕਿਹੜਾ ਦਿਨ ਉਚਿਤ ਠਹਿਰੇਗਾ, ਸ੍ਰੇਸ਼ਟ ਠਹਿਰੇਗਾ। ਤਾਂ ਪਰਿਵਾਰ ਵਿੱਚ ਮਿਲ ਕੇ ਸਾਰਿਆਂ ਨੇ ਦਿਨ ਨਿਯੁਕਤ ਕੀਤਾ ਕਿ ਵਿਆਹ ਦਾ ਦਿਨ ਕਿਹੜਾ ਰੱਖਿਆ ਜਾਵੇ। ਗਮਨਿਓ ਆਪ ਗੁਰੂ ਕੇ ਪਾਹਾ। ਦਿਨ ਪਰਿਵਾਰ ਵਿੱਚ ਵਿਚਾਰ ਕੇ ਤੇ ਇਹ ਭਿਖੀ ਗੋਤ ਦਾ ਛਤਰੀ ਗੁਰਸਿੱਖ ਸਤਿਗੁਰਾਂ ਕੋਲ ਆਇਆ। ਪਹੁੰਚਿਓ ਆਨ ਆਨੰਦਪੁਰ ਸੋਏ। ਸ੍ਰੀ ਅਨੰਦਪੁਰ ਸਾਹਿਬ ਨਗਰੀ ਪਹੁੰਚਿਆ। ਸੁਣੀ ਵਿਆਹ ਕੀ ਸੁਧ ਸਭ ਕੋਏ। ਜਦੋਂ ਵਿਆਹ ਦੀ ਖਬਰ ਸੁਣੀ ਅਨੰਦਪੁਰ ਸਾਹਿਬ ਨਗਰੀ, ਪਤਾ ਲੱਗਾ ਕਿ ਜਿਹੜਾ ਗੁਰਸਿੱਖ ਪੁੱਤਰੀ ਦਾ ਰਿਸ਼ਤਾ ਕਰਕੇ ਗਿਆ ਸੀ ਉਹ ਵਿਆਹ ਦਾ ਦਿਨ ਪੱਕਾ ਕਰਨ ਹੇਤੂ ਆਇਆ ਹੈ। ਪੂਰਬ ਮਾਤਾ ਕੋ ਸੁਧ ਦਈ। ਸਭ ਤੋਂ ਪਹਿਲੋਂ ਮਾਤਾ ਜੀ ਨੂੰ ਜਾ ਕੇ ਸੁਧ ਦਿੱਤੀ ਹੈ, ਖਬਰ ਦਿੱਤੀ ਹੈ। ਸੁਨਤ ਆਨੰਦ ਬਿਲੰਦ ਭਈ। ਸੁਣ ਕੇ ਮਾਤਾ ਜੀ ਬਹੁਤ ਆਨੰਦਿਤ ਹੋਏ, ਬਹੁਤ ਖੁਸ਼ ਹੋਏ। ਸਾੜ ਮਾਸ ਤ੍ਰੈ ਬਿੰਸ ਪ੍ਰਵਿਸਟੇ। ਹਾੜ ਮਹੀਨਾ ਜਿਹੜਾ ਹੈ ਤ੍ਰੈ ਬਿੰਸਤ, ਬਿੰਸਤ ਨਾਮ 20 ਦਾ ਹੈ ਤੇ ਤ੍ਰੈ ਨਾਮ 3 ਦਾ ਹੈ। 23 ਦਿਨ ਹਾੜ ਦਾ ਮਹੀਨਾ ਗਏ, ਦਿਨ ਨਿਯੁਕਤ ਕੀਤਾ ਗਿਆ ਹੈ। 23 ਤਰੀਕ ਨੂੰ ਹਾੜ ਮਹੀਨੇ ਦੀ 23 ਤਰੀਕ ਦਾ ਦਿਨ ਵਿਆਹ ਦਾ ਨਿਯੁਕਤ ਹੋਇਆ। ਨਿਕਸਿਓ ਸਾਹਾ ਦੋਏ ਦੇਸ਼ ਇਸ਼ਟੇ। ਦੋਨਾਂ ਹੀ ਪਰਿਵਾਰਾਂ ਨੂੰ, ਦੋਨਾਂ ਹੀ ਤਰਫਾਂ ਨੂੰ ਬੜਾ ਇਸ਼ਟੇ ਪਿਆਰਾ ਲੱਗਾ, ਭਾਵ ਉਚਿਤ ਲੱਗਾ ਇਹ ਦਿਨ ਤੇ ਉਚਿਤ ਦਿਨ ਪੱਕਾ ਕਰ ਲਿਆ। ਬਾਹਰ ਸੋ ਭਿਖਿਆ ਗੁਰ ਢਿਗ ਗਇਓ। ਇਹ ਜਿਹੜਾ ਭਿਖੀ ਗੋਤ ਦਾ ਗੁਰਸਿੱਖ ਸੀ ਇਹ ਫਿਰ ਸਤਿਗੁਰਾਂ ਕੋਲ ਗਿਆ। ਆਪਣੀ ਬਿਨੈ ਸੁਨਾਵਤ ਭਇਓ। ਆਪਣੀ ਬੇਨਤੀ ਸਤਿਗੁਰਾਂ ਦੇ ਅੱਗੋਂ ਸਿਮਰ ਕੀਤੀ। ਲਾਭਪੁਰ ਕੀ ਸੰਗਤ ਹੈ ਜੇਤੀ। ਸਤਿਗੁਰੂ ਜੀ ਲਾਹੌਰ ਦੀ ਜਿੰਨੀ ਵੀ ਸੰਗਤ ਹੈ ਹਿਰਦੇ ਕਾਮਨਾ ਧਾਰਹਿ ਦੇਤੀ। ਉਹ ਸਾਰੀ ਸੰਗਤ ਹਿਰਦੇ ਅੰਦਰ ਕਾਮਨਾ ਕਰਦੀ ਹੈ, ਇੱਛਾ ਕਰਦੀ ਹੈ। ਸਜਹਿ ਬਰਾਤ ਗੁਰੂ ਨਿਜ ਸਾਰੀ। ਸਤਿਗੁਰੂ ਜੀ ਆਪਣੀ ਸਾਰੀ ਬਰਾਤ ਸਜਾ ਕੇ ਇਸ ਪੁਰ ਆਵਹਿ ਕਰੁਣਾ ਧਾਰੀ। ਕਿਰਪਾ ਕਰਕੇ ਤੇ ਲਾਹੌਰ ਵਿੱਚ ਬਰਾਤ ਲੈ ਕੇ ਆਉਣ। ਕਰਹਿ ਟੁਕਾਏ ਵਿਆਹ ਲੈ ਜਾਹੇ। ਲਾਹੌਰ ਆ ਕੇ ਟੁਕਾ ਕਰਨ ਤੇ ਵਿਆਹ ਕੇ ਤੇ ਸੁਪੁੱਤਰੀ ਸਾਡੀ ਨੂੰ ਲੈ ਜਾਣ। ਇਮ ਚਾਹਤ ਤੁਮ ਸੁਜਾਸ ਉਮਾਹੇ। ਇਸ ਤਰ੍ਹਾਂ ਚਾਹਤ ਚਾਹੁੰਦੇ ਹੈ ਆਪ ਜੀ ਦੇ ਸ੍ਰੇਸ਼ਟ ਜਸ ਦੇ ਉਮਾਹਤ ਉਤਸ਼ਾਹਤ ਗੁਰਸਿੱਖ ਇਹ ਇੱਛਾ ਕਰਦੇ। ਪਰਿਵਾਰ ਵਾਲੇ ਸਾਰੇ ਵੀ ਲੋਚਦੇ ਹੈ ਤੇ ਸ਼ਰੀਕ ਵਿੱਚ ਵੀ ਜਿੰਨੇ ਸ਼ਰੀਕੇ ਹੈ ਸਾਰਿਆਂ ਵਿੱਚ ਵੀ ਇਹੀ ਸਲਾਹ ਬਣੀ ਸੀ ਕਿ ਆਪ ਜੀ ਕਿਰਪਾ ਕਰੋ ਤੇ ਲਾਹੌਰ ਬਰਾਤ ਲੈ ਕੇ ਆਓ। ਰਾਤ ਸ਼ਰੀਕਨ ਮਹਿ ਪ੍ਰਣ ਕੀਤਾ। ਤੇ ਮੈਂ ਇਹ ਪ੍ਰਣ ਵੀ ਕਰ ਲਿਆ ਭਰਾਵਾਂ ਵਿੱਚ, ਸ਼ਰੀਕਾਂ ਵਿੱਚ, ਕਿ ਸਤਿਗੁਰਾਂ ਕੋਲ ਬੇਨਤੀ ਕਰਕੇ ਮੈਂ ਸਤਿਗੁਰਾਂ ਨੂੰ ਲਾਹੌਰ ਬਰਾਤ ਲਿਆਉਣ ਵਾਸਤੇ ਅਵਸ਼ ਹੀ ਮਨਾ ਲਵਾਂਗਾ। ਲਾਭਪੁਰ ਮਹਿ ਵਿਆਹੋ ਨਿਜ ਸੁਤਾ। ਮੈਂ ਆਪਣੀ ਸੁਤਾ ਨੂੰ, ਆਪਣੀ ਪੁੱਤਰੀ ਨੂੰ
ਲਾਹੌਰ ਵਿੱਚ ਹੀ ਆਪ ਜੀ ਦੇ ਨਾਲ ਵਿਵਾਹਿਤ ਕਰਨਾ ਚਾਹੁੰਦਾ ਹਾਂ। ਆਬ ਅਧੀਨ ਰਾਵਰ ਕੋ ਇਹ, ਹੁਣ ਆਪ ਜੀ ਦੇ ਅਧੀਨ ਹਾਂ, ਆਪ ਜੀ ਦੀ ਆਗਿਆ ਵਿੱਚ ਹਾਂ, ਕਿਉਂਕਿ ਸਭ ਕੁਝ ਆਪ ਜੀ ਦੇ ਹੁਕਮ ਨਾਲ ਹੋਇਆ, ਹੋ ਰਿਹਾ, ਹੋਣਾ। ਕਰੀ ਪ੍ਰਤੱਗਿਆ ਜੇ ਇਮ ਰਹਿ, ਮੈਂ ਤਾਂ ਪ੍ਰਤੱਗਿਆ ਕਰ ਆਇਆ ਹਾਂ, ਪ੍ਰਣ ਕਰ ਆਇਆ ਹਾਂ, ਜੇ ਮੇਰਾ ਪ੍ਰਣ ਰਹਿ ਜਾਵੇ। ਸੁਨ ਕਲਗੀ ਧਰ ਤਿਸ ਕੋ ਭਾਖਾ, ਸੁਣ ਕੇ ਧੰਨ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਇਸ ਥਲ ਹੀ ਪੁਰਵਹਿ ਅਭਿਲਾਖਾ। ਇਹ ਭਾਈ ਇੱਥੇ ਹੀ ਆਨੰਦਪੁਰ ਸਾਹਿਬ ਨਗਰੀ ਹੀ ਤੇਰੇ ਸਾਰੇ ਪਰਿਵਾਰ ਦੀ ਅਭਿਲਾਖਾ ਇੱਛਾ ਅਸੀਂ ਪੂਰਨ ਕਰ ਦਿਆਂਗੇ। ਰਚੈ ਲਾਹੌਰ ਆਨੰਦਪੁਰ ਪਾਸ, ਸ੍ਰੀ ਆਨੰਦਪੁਰ ਸਾਹਿਬ ਨਗਰੀ ਦੇ ਕੋਲ ਅਸੀਂ ਲਾਹੌਰ ਨਵਾਂ ਰਚ ਦਿਆਂਗੇ। ਉਸ ਲਾਹੌਰ ਅਸੀਂ ਬਰਾਤ ਲੈ ਕੇ ਨਹੀਂ ਜਾਣਾ, ਕਿਉਂਕਿ ਉੱਥੇ ਸਾਡੇ ਵਡਕੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਅਨੇਕ ਤਸ਼ੱਦਦ ਢਾਹ ਕੇ, ਤਸੀਹੇ ਦੇ ਕੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ। ਉੱਥੇ ਜਾ ਕੇ ਅਸੀਂ ਖੁਸ਼ੀਆਂ ਨਹੀਂ ਮਨਾਉਣੀਆਂ, ਤੇ ਫਿਰ ਉਹੀ ਤੇ ਸਾਡਾ ਨਗਰ ਹੈ, ਕਿਉਂਕਿ ਸਤਿਗੁਰਾਂ ਦਾ ਜੱਦੀ ਨਗਰ ਤੇ ਲਾਹੌਰ ਹੀ ਹੈ ਨਾ। ਭਾਵੇਂ ਕਿ ਬਾਅਦ ਦੇ ਵਿੱਚ ਸਤਿਗੁਰੂ ਜੀ ਵੱਖ-ਵੱਖ ਨਗਰ ਵਸਾਉਂਦੇ ਰਹੇ। ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਸਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਗੋਬਿੰਦਪੁਰ ਨਗਰ ਵਸਾਇਆ। ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ। ਪਰ ਸੋਢੀਆਂ ਦਾ ਜੋ ਜੱਦੀ ਨਗਰ ਹੈ ਉਹ ਤੇ ਲਾਹੌਰ ਹੀ ਹੈ ਨਾ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਨਗਰ ਤੇ ਲਾਹੌਰ ਹੀ ਸੀ ਨਾ, ਤੇ ਕਲਗੀਧਰ ਪਾਤਸ਼ਾਹ ਜੀ ਦਾ ਨਗਰ ਵੀ ਲਾਹੌਰ ਹੈ। ਸਤਿਗੁਰਾਂ ਦਾ ਜੱਦੀ ਨਗਰ ਹੈ ਲਾਹੌਰ। ਪਾਤਸ਼ਾਹ ਕਹਿੰਦੇ ਅਸੀਂ ਉਸ ਲਾਹੌਰ ਵਿੱਚ ਬਰਾਤ ਲੈ ਕੇ ਨਹੀਂ ਜਾਣਾ, ਅਸੀਂ ਇੱਥੇ ਹੀ ਲਾਹੌਰ ਸਿਰਜ ਦਿਆਂਗੇ, ਲਾਹੌਰ ਬਣਾ ਦਿਆਂਗੇ। ਭਰਾਤਨ ਸਹਿਤ ਆਨ ਕਰ ਬਾਸ, ਤੇ ਤੂੰ ਭਾਈ ਆਪਣੇ ਭਰਾਵਾਂ ਦੇ ਨਾਲ ਇੱਥੇ ਆ ਕੇ ਵਾਸ ਕਰ ਲੈਣਾ ਲਾਹੌਰ ਵਿੱਚ। ਬਨਹਿ ਬਾਜ਼ਾਰ ਬਸਹਿ ਨਰ ਘਨੇ, ਸੋਹਣਾ ਬਾਜ਼ਾਰ ਬਣੇਗਾ, ਬਹੁਤ ਮਨੁੱਖ ਬਾਜ਼ਾਰ ਵਿੱਚ ਵਸਣਗੇ। ਸੋਤ ਬਨਤਾ ਪਰਵਾਰਨ ਸਨੇ, ਪੁੱਤਰ ਇਸਤਰੀ ਪਰਿਵਾਰ ਸੰਯੁਗਤ ਲੋਕੀ ਰਹਿਣਗੇ ਇੱਥੇ। ਲਾਭਪੁਰ ਕੀ ਰਚਨਾ ਬਰ ਭਾਰੀ, ਭਾਰੀ ਵੱਡੀ ਲਾਹੌਰ ਦੀ ਹੀ ਰਚਨਾ ਰਚ ਦਿਆਂਗੇ ਇੱਥੇ। ਤਿਸ ਦਿਨ ਤਹ ਦਿਖਾਵਹਿ ਸਾਰੀ, ਜਦੋਂ ਰਚ ਦਿਆਂਗੇ ਫਿਰ ਤੈਨੂੰ ਸਾਰੀ ਰਚਨਾ ਵਿਖਾਵਾਂਗੇ। ਤੇਰੀ ਹੋਏ ਪ੍ਰਤਿਗਿਆ ਪੂਰੀ, ਇਹ ਤੇਰੀ ਪ੍ਰਤਿਗਿਆ ਜਿਹੜਾ ਪ੍ਰਣ ਕੀਤਾ ਤੂੰ ਪਰਿਵਾਰ ਵਿੱਚ, ਜਿਹੜਾ ਪ੍ਰਣ ਕੀਤਾ ਤੂੰ ਸੰਬੰਧੀਆਂ ਵਿੱਚ, ਉਹ ਤੇਰਾ ਪ੍ਰਣ ਵੀ ਪੂਰਾ ਹੋ ਜਾਵੇਗਾ। ਕਰਹੁ ਵਿਆਹ ਇਸ ਥਲ ਬਿਦ ਰੂਰੀ, ਰੂਰੀ ਕਹੀਏ ਸੁੰਦਰ ਵਿਧੀ ਨਾਲ। ਇੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੇ ਕੋਲ ਹੀ ਅਸੀਂ ਲਾਹੌਰ ਬਣਾ ਦਿਆਂਗੇ। ਉੱਥੇ ਤੂੰ ਆਪਣਾ ਸੰਕਲਪ ਤਥਾ ਪ੍ਰਣ ਪੂਰਾ ਕਰ ਲਵੀਂ, ਆਪਣੀ ਪੁੱਤਰੀ ਦਾ ਵਿਆਹ ਉੱਥੇ ਕਰ ਲਵੀਂ। ਸੁਣ ਬੋਲਿਓ ਖੱਤਰੀ ਕਰ ਜੋਰੇ, ਸੁਣ ਕੇ ਇਹ ਖੱਤਰੀ ਸਤਿਗੁਰਾਂ ਦਾ ਸਸੁਰ ਹੱਥ ਜੋੜ ਕੇ ਕਹਿਣ ਲੱਗਾ, ਵਿਆਹ ਵਿਖੇ ਅਬ ਬਾਸਰ ਥੋਰੇ। ਸਤਿਗੁਰੂ ਜੀ ਵਿਆਹ ਵਿੱਚ ਤੇ ਦਿਨ ਹੀ ਬੜੇ ਥੋੜੇ ਰਹਿ ਗਏ ਆ,
ਵਿਆਹ ਦੇ ਵਿੱਚ ਤਾਂ ਸਮਾਂ ਹੀ ਬੜਾ ਸੀਮਤ ਬਚਿਆ ਹੈ। ਦੋਏ ਮਾਸ ਅਬ ਰਹੇ ਪਛਾਨੋ, ਦੋ ਹੀ ਤੇ ਮਾਸ ਰਹਿ ਗਏ, ਦੋ ਹੀ ਤਾਂ ਮਹੀਨੇ ਰਹਿ ਗਏ ਹੈ। ਸਾੜ ਤ੍ਰਿਬਿੰਸਤ ਸਾਹਾ ਜਾਨੋ, ਹਾੜ ਮਹੀਨੇ ਦੀ 23 ਤਰੀਕ ਨੂੰ ਸਾਹਾ ਨਿਕਲਿਆ ਹੈ। ਭਾਵ ਜਿਹੜਾ ਦਿਨ ਨਿਯੁਕਤ ਕੀਤਾ ਹੈ ਵਿਆਹ ਵਾਲਾ, ਉਹ 23 ਹਾੜ ਦਾ ਕੀਤਾ ਹੈ। ਰਾਵਰ ਕੋ ਲਵਪੁਰ ਕਬ ਬਸੈ, ਤੇ ਆਪ ਜੀ ਦਾ ਲਾਹੌਰ ਕਦੋਂ ਵਸੇਗਾ, ਕਿਉਂਕਿ ਦਿਨ ਤੇ ਬੜੇ ਅਲਪ ਰਹਿ ਗਏ ਹੈ। ਐਸ ਨਾ ਹੋਏ ਮੋਹੇ ਨਰ ਹਸੈ, ਐਸੀ ਗੱਲ ਨਾ ਹੋਵੇ ਕਿ ਲੋਕੀ ਮੇਰਾ ਮਖੌਲ ਉਡਾਉਣ, ਮੈਨੂੰ ਹਾਸੀ ਕਰਨ। ਬੋਲੇ ਕਲਗੀ ਧਰ ਉਰ ਭਾਵੈ, ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬੋਲੇ ਤੇ ਕਹਿਣ ਲੱਗੇ ਕਿ ਉਰ ਭਾਵੈ, ਤੇਰੇ ਹਿਰਦੇ ਨੂੰ ਭਾਵੇਗਾ, ਚੰਗਾ ਲੱਗੇਗਾ। ਹਮ ਲਾਹੌਰ ਤਤਕਾਲ ਬਸਾਵੈ, ਅਸੀਂ ਤਤਕਾਲ ਛੇਤੀ ਹੀ ਲਾਹੌਰ ਵਸਾ ਦਿਆਂਗੇ। ਭਾਵੇਂ ਗੁਰਾਂ ਦਾ ਪਿਆਰਾ ਸਿੱਖ ਹੈ, ਪਰ ਨਹੀਂ ਜਾਣਦਾ ਕਿ ਸਤਿਗੁਰੂ ਜੀ ਤ੍ਰਿਲੋਕੀ ਨਾਥ ਹਨਗੇ, ਦੇਵ ਸ਼ਿਲਪੀ ਵਿਸ਼ਵਕਰਮਾ, ਜਿਨ੍ਹਾਂ ਦੀ ਆਗਿਆ ਵਿੱਚ ਚੱਲਦਾ ਹੈ। 2 ਮਹੀਨੇ ਤੇ ਬਹੁਤ ਲੰਮਾ ਸਮਾਂ ਹੈ। ਸਤਿਗੁਰੂ ਜੀ ਤਾਂ ਖਿਨ ਕਾਲ ਵਿੱਚ ਸ੍ਰਿਸ਼ਟੀਆਂ ਰਚ ਦਿੰਦੇ ਹੈ, ਖਿਨ ਕਾਲ ਵਿੱਚ ਸ੍ਰਿਸ਼ਟੀਆਂ ਮੇਟ ਦਿੰਦਾ ਹੈ। ਨਹੀਂ ਗੁਰਾਂ ਦੀ ਮਹਿਮਾ ਨੂੰ ਜਾਣਦਾ ਕਿ ਸਤਿਗੁਰੂ ਜੀ ਤਾਂ ਇਹ ਸਮੁੱਚੇ ਖੰਡਾਂ ਬ੍ਰਹਿਮੰਡਾਂ ਨੂੰ ਅੱਖ ਦੇ ਖੋਲ੍ਹਣ ਤੇ ਮੀਚਣ ਜਿੰਨੇ ਸਮੇਂ ਦੇ ਵਿੱਚ ਰਚ ਦਿੰਦੇ ਆ ਤੇ ਮੇਟ ਦਿੰਦੇ ਆ। ਇੱਕ ਲਾਹੌਰ ਨਗਰੀ ਵਸਾਉਣੀ ਸਤਿਗੁਰਾਂ ਵਾਸਤੇ ਕਿਹੜੀ ਵੱਡੀ ਗੱਲ ਹੈ। 2 ਮਹੀਨਿਆਂ ਦਾ ਸਮਾਂ ਤੇ ਬਹੁਤ ਲੰਮਾ ਹੈ। ਇਹ ਕਹਿੰਦਾ ਹੈ ਜੀ ਥੋੜਾ ਸਮਾਂ ਰਹਿ ਗਿਆ। ਪਾਤਸ਼ਾਹ ਕਹਿੰਦੇ ਭਲਿਆ ਚਿੰਤਾ ਨਾ ਕਰ, ਐਸਾ ਲਾਹੌਰ ਨਗਰ ਵਸਾ ਦਿਆਂਗੇ, ਵੇਖਣ ਵਾਲੇ ਚਕਚੌਂਦ ਰਹਿ ਜਾਣਗੇ, ਵੇਖਣ ਵਾਲਿਆਂ ਦੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ ਕਿ ਐਸੀ ਲਾਹੌਰ ਨਗਰੀ ਇੱਥੇ ਵੀ ਵਸਦੀ ਹੈ। ਜਬ ਬਸ ਜਾਏ ਲਿਆਏ ਪਰਿਵਾਰ, ਸਤਿਗੁਰੂ ਜੀ ਕਹਿਣ ਲੱਗੇ ਤੂੰ ਇੱਥੇ ਹੀ ਰਹਿ, ਤੇਰੇ ਵੇਂਦਿਆਂ ਨਗਰ ਵਸਾ ਦਿਆਂਗੇ। ਜਦੋਂ ਵਸ ਜਾਵੇਗਾ ਉਦੋਂ ਫਿਰ ਆਪਣਾ ਪਰਿਵਾਰ ਵੀ ਲੈ ਆਵੀਂ। ਕੀਜਹਿ ਸਭ ਸਮਾਜ ਅਬ ਤਿਆਰ, ਤੇ ਸਾਰਾ ਸਮਾਜ ਆਪਣਾ ਤੂੰ ਤਿਆਰ ਕਰ ਲੈ, ਜੋ ਤੂੰ ਤਿਆਰੀ ਕਰਨੀ ਹੈ ਆਪਣੀ ਤਿਆਰੀ ਕਰ ਲੈ, ਲਾਹੌਰ ਨਗਰ ਵਸ ਜਾਵੇਗਾ। ਬਸਿਓ ਦੇਖ ਕੈ ਸਦਨ ਸਿਧਾਵਹੁ, ਪਹਿਲੋਂ ਨਗਰ ਵਸਿਆ ਵੇਖੀ, ਫਿਰ ਨਗਰੀ ਆਪਣੀ ਨੂੰ ਜਾਵੀਂ। ਭਰਾਤਨ ਸਹਿਤ ਬਹੁਰ ਚਲ ਆਵਹੁ, ਤੇ ਆਪਣੇ ਭਰਾਵਾਂ ਸਹਿਤ ਪਰਿਵਾਰ ਸਹਿਤ ਫਿਰ ਇੱਥੇ ਚੱਲ ਕੇ ਆ ਜਾਣਾ। ਦੇਸ ਟਿਕਾਏ ਸ੍ਰੀ ਗੁਰ ਫਰਮਾਏ, ਇਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਸਸੁਰ ਨੂੰ ਆਨੰਦਪੁਰ ਸਾਹਿਬ ਨਗਰੀ ਹੀ ਟਿਕਾਇਆ ਅਤੇ ਆਪਣੇ ਸਿੱਖਾਂ ਸੇਵਕਾਂ ਨੂੰ ਹੁਕਮ ਕੀਤਾ। ਬ੍ਰਿੰਦ ਹੁਕਮਨਾਵੇ ਲਿਖਵਾਏ, ਬਹੁਤ ਹੁਕਮਨਾਮੇ ਸਤਿਗੁਰਾਂ ਲਿਖਵਾਏ ਹੈ। ਇਹ ਸਤਿਗੁਰੂ ਜੀ ਜਿਹੜੀ ਆ ਉਹ ਕਰਾਮਾਤ ਪ੍ਰਤੱਖਸ਼ ਵੀ ਨਹੀਂ ਨਾ ਵਿਖਾਉਂਦੇ। ਨਗਰੀ ਤਾਂ ਦੇਵ ਸ਼ਿਲਪੀ ਵਿਸ਼ਵਕਰਮਾ ਦੁਆਰਾ ਹੀ ਸਤਿਗੁਰਾਂ ਨੇ ਸਿਰਜਾਉਣੀ ਹੈ, ਰਚਨੀ ਹੈ, ਪਰ ਇਹ ਕਰਾਮਾਤ ਪ੍ਰਗਟ ਵਿਖਾਉਣੀ ਵੀ ਨਹੀਂ। ਇਸ ਵਾਸਤੇ ਹੁਕਮਨਾਮੇ ਲਿਖੇ ਹੈ। ਨਿਕਟ ਨਿਕਟ ਕੇ ਪੁਰ ਸਮੁਦਾਏ, ਨੇੜੇ ਨੇੜੇ ਦੇ ਜਿੰਨੇ ਵੀ ਪੁਰ ਹਨਗੇ, ਨਗਰ ਹੈ ਲਾਗੇ ਲਾਗੇ ਦੇ, ਸਭ ਹਿਨ ਮਹਿ ਤਤਕਾਲ ਪਠਾਏ, ਸਾਰਿਆਂ ਵਿੱਚ ਗੁਰਾਂ ਨੇ ਹੁਕਮਨਾਮੇ ਭੇਜੇ ਹੈ। ਜੋ ਸਿੱਖ ਹੋਏ ਕਰਹਿ ਵਿਵਹਾਰ, ਜਿਹੜਾ ਵੀ ਗੁਰਸਿੱਖ ਵਿਵਹਾਰ ਕਰਦਾ, ਕੋਈ ਵੀ ਕਿੱਤਾ ਕਰਦਾ, ਕੋਈ ਵੀ ਕੰਮ ਕਰਦਾ, ਕਿਸੇ ਵੀ ਪ੍ਰਕਾਰ ਦੀ ਦੁਕਾਨ ਜਿਹਦੀ, ਸੋ ਆਬ ਆਏ ਗੁਰੂ ਦਰਬਾਰ, ਉਹ ਹੁਣ ਗੁਰੂ ਦੇ ਦਰਬਾਰ ਵਿੱਚ ਚੱਲ ਕੇ ਆਵੇ। ਲੈ ਪਹੁੰਚਹਿ ਜਿਸ ਢਿਗ ਧਨ ਹੋਏ, ਜਿਹਦੇ ਕੋਲ ਧਨ ਹੈ ਉਹ ਧਨ ਲੈ ਕੇ ਆ ਜਾਵੇ।
ਆਨ ਦੁਕਾਨ ਕਰਹਿ ਨਰ ਸੋਏ। ਉਹ ਗੁਰੂ ਕੋ ਲਾ ਕੇ ਤੇ ਆਪਣੀ ਦੁਕਾਨ ਕਰੇ। ਜਿਸ ਕੇ ਸਦਨ ਦਰਬ ਨਹਿ ਪਾਏ। ਜਿਹਦੇ ਘਰ ਵਿੱਚ ਦਰਬ ਨਹੀਂ ਹੈ, ਜਿਹਦੇ ਕੋਲ ਧਨ ਨਹੀਂ ਹੈ, ਲੇ ਗੁਰ ਘਰ ਤੇ ਬਨਜ ਚਲਾਏ। ਉਹ ਗੁਰੂ ਕੋਲੋਂ ਧਨ ਲੈ ਕੇ ਤੇ ਆਪਣਾ ਵਣਜ ਵਪਾਰ ਚਲਾਵੇ। ਵਿਆਹ ਸਮੈ ਲਉ ਖੁੱਲ੍ਹੈ ਬਾਜ਼ਾਰ। ਵਿਆਹ ਦੇ ਸਮੇਂ ਤੋਂ ਪਹਿਲਾਂ ਸਾਰਾ ਬਾਜ਼ਾਰ ਖੁੱਲ ਜਾਣਾ ਚਾਹੀਦਾ ਹੈ। ਮਿਲਹਿ ਬ੍ਰਿੰਦ ਨਰ ਕਈ ਹਜ਼ਾਰ। ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸਮੂਹ ਮਨੁੱਖ ਮਿਲਣ, ਇਕੱਤਰਤ ਹੋਣ ਤੇ ਦੁਕਾਨਾਂ ਬਣਾਉਣ। ਸਭ ਬੇਦ ਕਰਹਿ ਬੈਠ ਬਿਵਹਾਰੂ। ਤੇ ਦੁਕਾਨਾਂ ਵਿੱਚ ਬੈਠ ਕੇ ਆਪਣਾ ਵਿਵਹਾਰ, ਆਪਣਾ ਵਪਾਰ ਕਰਨ, ਆਪਣੀਆਂ ਦੁਕਾਨਾਂ ਕਰਨ। ਅੰਬਰ ਬ੍ਰਿੰਦ ਪਟੰਬਰ ਚਾਰੂ। ਬੜੇ ਹੀ ਚਾਰੂ ਨਾਮ ਸੁੰਦਰ, ਪਟੰਬਰ ਨਾਮ ਰੇਸ਼ਮੀ, ਅੰਬਰ ਨਾਮ ਬਸਤਰ, ਬ੍ਰਿੰਦ ਨਾਮ ਬਹੁਤ। ਰੇਸ਼ਮੀ ਦੇ ਬਸਤਰਾਂ ਦੀਆਂ ਦੁਕਾਨਾਂ ਆ ਕੇ ਲਾਉਣ। ਪਸ਼ਮ ਅੰਬਰ ਬਰ ਬਰਨ ਸੋ ਨਾਨਾ। ਤੇ ਅਨੇਕ ਰੰਗਾਂ ਦੇ ਪਸ਼ਮੰਬਰ ਕਹੀਏ, ਪਸ਼ਮੀਨੇ ਦੇ ਬਸਤਰ ਜਿਹੜੇ ਆ ਉਹਨਾਂ ਦੀਆਂ ਵੀ ਦੁਕਾਨਾਂ ਪਾਉਣ। ਮੁਕਤਾ ਬ੍ਰਿੰਦ ਪ੍ਰਵਾਲ ਮਹਾਨਾ। ਮੋਤੀਆਂ ਦੀਆਂ ਦੁਕਾਨਾਂ ਹੋਣ ਬਹੁਤ। ਪ੍ਰਵਾਲ ਜਿਹੜੇ ਕਹੀਏ ਕਿ ਮੂੰਗੇ ਆਦ ਪੰਨੇ ਆ, ਉਹਨਾਂ ਦੀਆਂ ਦੁਕਾਨਾਂ ਹੋਣ। ਅੰਨ ਅਨਕ ਅਰ ਘ੍ਰਿਤ ਮਿਸ਼ਟਾਨਾ। ਕਿਧਰੇ ਅਨਾਜ ਦੀਆਂ ਦੁਕਾਨਾਂ ਹੋਣ, ਕਿਧਰੇ ਘਿਓ ਆਦ ਜਿਹੜੀ ਕਰਿਆਨੇ ਦੀਆਂ ਦੁਕਾਨਾਂ ਹੋਣ। ਆਏ ਸਰਾਫ ਬਜ਼ਾਜ ਸੋ ਜਾਨਾ। ਸਰਾਫ ਸੁਨਿਆਰੀਆਂ ਦੀਆਂ ਦੁਕਾਨਾਂ ਵੀ ਲੱਗਣ, ਸੁਨਿਆਰੇ ਵੀ ਆ ਕੇ ਆਪਣੀਆਂ ਦੁਕਾਨਾਂ ਬਣਾ ਕੇ ਬੈਠਣ। ਤੇ ਬਜਾਜ ਸੁਜਾਨਾ ਕੱਪੜਾ ਵੇਚਣ ਵਾਲੇ ਜਿਹੜੇ ਆ ਉਹ ਵੀ ਆ ਕੇ ਇੱਥੇ ਬਹਿਣ। ਏਵਾ ਹੁਕਮਨਾਵੇ ਲਿਖਵਾਏ। ਇਸ ਤਰ੍ਹਾਂ ਸਤਿਗੁਰਾਂ ਨੇ ਹੁਕਮਨਾਮੇ ਲਿਖਵਾ ਕੇ ਭੇਜੇ ਐ। ਸਿੱਖ ਮਸੰਦਨ ਪ੍ਰਤੀ ਪਠਾਏ। ਸਿੱਖਾਂ ਮਸੰਦਾਂ ਦੇ ਕੋਲ ਸਤਿਗੁਰਾਂ ਭੇਜੇ, ਅਥਵਾ ਸਿੱਖਾਂ ਦੁਆਰਾ ਭਿੰਨ ਭਿੰਨ ਇਲਾਕੇ ਦੇ ਮਸੰਦਾਂ ਕੋਲ ਹੁਕਮਨਾਮੇ ਭੇਜੇ ਐ। ਜਹ ਕਹਿ ਲੈ ਪਹੁੰਚੇ ਤਤਕਾਲਾ। ਜਿੱਥੇ ਕਿਥੇ ਗੁਰਾਂ ਦੇ ਹੁਕਮਨਾਮੇ ਲੈ ਕੇ ਗੁਰਸਿੱਖ ਪਹੁੰਚੇ। ਪਾਠ ਪਾਠ ਸਮਝੇ ਕਾਜ ਵਿਸਾਲਾ। ਹੁਕਮਨਾਮੇ ਪੜ੍ਹ ਕੇ ਗੁਰਸਿੱਖ ਸਮਝ ਗਏ ਕਿ ਗੁਰਾਂ ਦਾ ਵਿਸਾਲ ਵੱਡਾ ਇਹ ਕਾਰਜ ਹੈ। ਤਬ ਹੈ ਮਸੰਦਨ ਸੰਗਤ ਸਾਰੀ। ਤਦੋਂ ਮਸੰਦਗਣ ਤੇ ਸਾਰੀ ਸੰਗਤ ਜਿਹੜੀ ਹੈ ਗੁਰੂ ਹੁਕਮ ਤੇ ਤੁਰਤ ਹਕਾਰੀ। ਗੁਰੂ ਜੀ ਦੇ ਹੁਕਮ ਅਨੁਸਾਰ ਤੁਰੰਤ ਜਿਹੜੀ ਹੈ ਉਹ ਸੰਗਤ ਹਕਾਰੀ ਗਈ, ਸੱਦੀ ਗਈ। ਹੁਕਮ ਸੁਨਾਇਓ ਸਭ ਕੇ ਕਾਨ। ਸਾਰਿਆਂ ਦੇ ਕੰਨਾਂ ਵਿੱਚ ਹੁਕਮ ਸੁਣਾਇਆ। ਪ੍ਰਥਮ ਵਿਆਹ ਉਤਸਵ ਬਡ ਜਾਨ। ਇਹ ਪਹਿਲਾ ਵਿਆਹ ਹੈ ਸਤਿਗੁਰਾਂ ਦਾ ਤੇ ਵੱਡਾ ਭਾਰੀ ਉਤਸਵ, ਖੁਸ਼ੀਆਂ ਮਨਾਈਆਂ ਜਾਣ। ਦੇਖੋ ਸਰਬ ਵਿਆਹ ਕੀ ਲੀਲਾ। ਇਹ ਸਾਰੇ ਮਿਲ ਕੇ ਗੁਰੂ ਜੀ ਦੇ ਵਿਆਹ ਦੀ ਲੀਲਾ, ਵਿਆਹ ਦਾ ਕੌਤਕ ਵੇਖੋ। ਪੁਨ ਖਾਟਹੁ ਧਨ ਲਾਭ ਗਹੀਲਾ। ਫਿਰ ਧਨ ਦਾ ਵੀ ਲਾਭ ਖਟਣਾ ਕਰੋ। ਆਪਸ ਵਿੱਚ ਸਿੱਖ ਗੱਲਾਂ ਕਰਦੇ ਆ ਕਿ ਆਪਣੇ ਤੇ ਦੋਨੋਂ ਹੱਥਾਂ 'ਚ ਲੱਡੂ। ਇੱਕ ਤੇ ਸਤਿਗੁਰਾਂ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਆਪਾਂ ਸ਼ਾਮਲ ਹੋਵਾਂਗੇ, ਸਤਿਗੁਰਾਂ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਆਪਾਂ ਸ਼ਰੀਕ ਹੋਵਾਂਗੇ। ਤੇ ਦੂਤੀ ਆਪਾਂ ਨੂੰ ਘਾਟਾ ਕੋਈ ਨਹੀਂ, ਇੱਥੇ ਆ ਕੇ ਦੁਕਾਨਾਂ ਪਾਵਾਂਗੇ, ਸਾਨੂੰ ਮੁਨਾਫਾ ਵੀ ਵੱਡਾ ਹੋਵੇਗਾ, ਲਾਭ ਵੀ ਵੱਡਾ ਹੋਵੇਗਾ। ਕੀਤਕ ਬਾਸੁਰ ਬਾਸਾ ਕਰੀਏ ਹੈ। ਕਿੰਨੇ ਕੁ ਬਾਸਰ, ਕਿੰਨੇ ਕੁ ਦਿਨ ਇੱਥੇ ਰਹਿਣਾ ਕਰੀਏ। ਦਰਸਹ ਗੁਰ ਨਿਜ ਭਲਾ ਵਿਚਰੀਏ ਹੈ। ਆਪਣਾ ਭਲਾ ਵਿਚਾਰਦਿਆਂ ਹੋਇਆਂ ਗੁਰੂ ਜੀ ਦੇ ਦਰਸ਼ਨ ਕਰੀਏ। ਸਤਿਗੁਰਾਂ ਦੇ ਇੱਥੇ ਦਰਸ਼ਨ ਪ੍ਰਾਪਤ ਹੋਣਗੇ ਆਪਾਂ ਨੂੰ। ਇਸ ਤਰ੍ਹਾਂ ਸਤਿਗੁਰਾਂ ਹੁਕਮਨਾਮੇ ਜਾਰੀ ਕਰ ਦਿੱਤੇ ਹੈ।
ਇੱਥੇ ਬਾਹਰੀ ਦਲ ਤੇ ਦੁਕਾਨਦਾਰਾਂ ਨੂੰ ਬੁਲਾ ਰਹੇ ਆ ਸਤਿਗੁਰੂ ਜੀ। ਉੱਥੇ ਸਤਿਗੁਰੂ ਜੀ ਨੇ ਦੇਵ ਸ਼ਿਲਪੀ ਦੁਆਰਾ, ਵਿਸ਼ਵਕਰਮਾ ਦੁਆਰਾ ਸਾਧ ਸੰਗਤ ਲਾਹੌਰ ਨਗਰੀ ਜਿਹੜੀ ਹੈ, ਜਿਹੜਾ ਅੱਜ ਗੁਰੂ ਕਾ ਲਾਹੌਰ ਨਾਮ ਕਰਕੇ ਵਿਦਿਤ ਹੈ, ਨਿਕਟ ਹੀ ਹੈ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੇ ਗੁਰੂ ਕਾ ਲਾਹੌਰ, ਜੋ ਸਤਿਗੁਰਾਂ ਨੇ ਲਾਹੌਰ ਨਗਰ ਦੀ ਨਿਆਈ ਕੋਈ ਲੇਸ਼ ਮਾਤਰ ਕਮੀ ਨਹੀਂ ਰਹਿਣ ਦਿੱਤੀ। ਲਾਹੌਰ ਨਗਰ ਵੇਖਣ ਵਾਲਾ ਹੈ, ਬਹੁਤ ਸੁੰਦਰ ਹੈ ਤੇ ਬਹੁਤ ਵਿਸ਼ਾਲ ਹੈ ਲਾਹੌਰ ਸ਼ਹਿਰ। ਤੇ ਜਿਹੜਾ ਗੁਰਾਂ ਨੇ ਲਾਹੌਰ ਵਸਾਇਆ, ਜਦੋਂ ਉੱਥੋਂ ਦੇ ਲੋਕ ਗੁਰੂ ਕੇ ਲਾਹੌਰ ਵਿੱਚ ਪਹੁੰਚੇ ਨਾ, ਉਹਨਾਂ ਨੂੰ ਓਪਰਾ ਹੀ ਨਹੀਂ ਲੱਗਾ, ਪਰਾਇਆ ਹੀ ਨਹੀਂ ਲੱਗਾ। ਮਨ ਨੂੰ ਇਹ ਲਾਹੌਰ ਨਗਰ ਵਿੱਚ ਹੀ ਅਸੀਂ ਆ ਗਏ ਹਾਂ। ਐਸਾ ਸਤਿਗੁਰਾਂ ਨੇ ਗੁਰੂ ਕਾ ਲਾਹੌਰ ਨਗਰ ਵਸਾਇਆ। ਬੇਅੰਤ ਸੰਗਤਾਂ ਨੂੰ ਆਮੰਤਰਿਤ ਕੀਤਾ, ਦੁਕਾਨਦਾਰਾਂ ਨੂੰ, ਭਾਈ ਆਪੋ ਆਪਣੀਆਂ ਵੱਖ-ਵੱਖ ਦੁਕਾਨਾਂ ਪਾ ਕੇ ਬੈਠੋ, ਪਤਾ ਲੱਗੇ ਕਿ ਨਗਰ ਵਸਦਾ ਹੈ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਉਹ ਜਿਹੜਾ ਲਾਹੌਰ ਨਗਰ ਹੈ ਅੰਮ੍ਰਿਤਸਰ ਸਾਹਿਬ ਤੋਂ ਪਰਲੇ ਪਾਸੇ, ਉੱਥੇ ਬਰਾਤ ਲੈ ਕੇ ਜਾਣੋਂ ਇਨਕਾਰ ਕਰਦਿਆਂ ਤੇ ਸਿੱਖ ਦੀ ਪ੍ਰਤਿਗਿਆ ਵੀ ਪੂਰਨ ਰਹਿ ਜਾਵੇ, ਇੱਥੇ ਹੀ ਗੁਰੂ ਕਾ ਲਾਹੌਰ ਨਗਰ ਵਸਾਇਆ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਏਤਕ ਬਾਸੁਰ ਬਾਸਾ ਕਰੀਐ ਹੈ, ਦਰਸਹ ਗੁਰ ਨਿਜ ਭਲਾ ਵਿਚਰੀਐ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।